ਲੱਗ ਮੌਤ ਅੱਗੇ ਕਦੀ ਉਹ ਨਹੀਂ ਭੱਜਦਾ ਜਿਹਨੂੰ ਰਮਜ ਸਮਝ ਵਿੱਚ ਆਵੇ। ਬਿਨ ਬੁੱਝਿਆਂ ਰਾਜ ਨਾ ਹੱਥ ਲੱਗਣ, ਬਸ ਭਰਮ ਪਿਆ ਭਰਮਾਵੇ। ਇੱਕ ਨਾ ਜਿਉਂਦਿਆਂ ਮਰ ਕੇ ਵੇਖ ਲਿਆ, ਇੱਕ ਪਿਆ ਮੌਤ ਤੋਂ ਜਾਨ ਬਚਾਵੇ। ਇੱਕ ਨਾ ਦੇ ਲਈ ਮੌਤ ਅਨੰਦਤਾ ਸੂਖਮਾ, ਇੱਕ ਨਾ ਨੂੰ ਮੌਤ ਡਰਾਵੇ, ਇੱਕ ਨਾ ਨੂੰ ਮੌਤ ਡਰਾਵੇ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਮਰਨਾ ਸਵਾਰ ਲੈ। ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਏ, ਜਨਮ ਜਾਤ ਦਾ ਗੇੜ ਸ਼ੁਰੂ ਹੋਇਆ, ਉਦੋਂ ਤੋਂ ਹੀ ਨਾਲ ਇੱਕ ਗੇੜ ਸ਼ੁਰੂ ਹੋਇਆ ਮੌਤ ਦਾ। ਜਨਮ ਪਿੱਛੋਂ ਮੌਤ ਦਾ ਆਉਣਾ ਅਟੱਲ ਸੱਚਾਈ ਹੈ, ਪਰ ਇਸ ਅਟੱਲ ਸੱਚਾਈ ਨੂੰ ਜਾਣਨ ਦੇ ਬਾਵਜੂਦ ਵੀ ਅਸੀਂ ਇਨਸਾਨ ਤਾਂ ਉਮਰ ਇਸ ਸੱਚਾਈ ਵੱਲੋਂ ਬਿੱਲੀ ਹੱਥ ਆਏ ਕਬੂਤਰ ਦੀ ਨਿਆਈ ਅੱਖਾਂ ਮੀਟਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਸਾਡਾ ਇਸ ਵੱਲੋਂ ਮੋੜਿਆ ਮੂੰਹ ਸਾਨੂੰ ਇਸ ਦੀ ਮਾਰ ਤੋਂ ਬਚਾ ਲਵੇਗਾ, ਪਰ ਅਜਿਹਾ ਹੁੰਦਾ ਨਹੀਂ ਹੈ। ਗੁਰਬਾਣੀ ਫੁਰਮਾਨ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਦੇ ਕਿੰਨੇ ਵਕਫੇ ਪਿੱਛੋਂ ਮੌਤ ਨਾਮੀ ਘਟਨਾ ਘਟਣੀ ਹੈ ਤੇ ਅਸੀਂ ਇਹ ਸੰਸਾਰ ਛੱਡ ਕੇ ਜਾਣਾ ਹੈ। ਇਹ ਤਾਂ ਉਸ ਦਿਨ, ਉਸ ਪਲ, ਉਸ ਘੜੀ ਹੀ ਸੁਨਿਸ਼ਚਿਤ ਹੋ ਗਿਆ ਸੀ ਜਿਸ ਘੜੀ ਸਾਡੀ ਹੋਂਦ ਦਾ ਕਣ ਮਾਤਰ ਵਜੂਦ ਹੋਂਦ ਵਿੱਚ ਆਇਆ ਸੀ। ਪਰ ਸਾਡੀ ਨਾ ਵਾਕਫੀਅਤ ਨੇ ਸਾਨੂੰ ਇਸ ਅਟੱਲ ਸੱਚਾਈ ਦਾ ਬੋਧ ਹੀ ਨਹੀਂ ਹੋਣ ਦਿੱਤਾ। ਸਮਝ ਕੇ ਸਾਨੂੰ ਇਸ ਚੀਜ਼ ਨੂੰ ਕਦੀ ਸਵੀਕਾਰ ਹੀ ਨਹੀਂ ਕਰਨ ਦਿੱਤਾ ਕਿ ਇੱਕ ਦਿਨ ਇਹ ਮੌਤ ਨਾਮੀ ਘਟਨਾ ਘਟਣੀ ਹੈ ਤੇ ਅਸੀਂ ਸੰਸਾਰ ਛੱਡ ਕੇ ਜਾਣਾ ਹੈ। ਆਪਣੀਆਂ ਗੱਲਾਂ ਬਾਤਾਂ 'ਚ, ਆਪਣੇ ਵਿਚਾਰ ਵਟਾਂਦਰੇ ਦੇ ਵਿਸ਼ਿਆਂ 'ਚ ਅਸੀਂ ਸਦਾ ਇਸ ਨੂੰ ਸਵੀਕਾਰਿਆ, ਪਰ ਹਕੀਕਤ 'ਚ ਅਸੀਂ ਇਸ ਲਫ਼ਜ਼ ਨੂੰ, ਇਸ ਘਟਨਾ ਨੂੰ ਸਦਾ ਹੀ ਆਪਣੇ ਤੋਂ ਦੂਰ ਰੱਖਣ ਦਾ ਉਪਰਾਲਾ ਕੀਤਾ। ਜੇ ਕਦੇ ਇੱਕ ਇਨਸਾਨ ਦੇ ਜੀਵਨ ਵੱਲ ਝਾਤੀ ਮਾਰ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਜਿਉਣ ਲਈ ਮਿਲੀ ਇਸ ਜ਼ਿੰਦਗੀ 'ਚ, ਮਾਨਣ ਲਈ, ਜਾਣਨ ਲਈ ਮਿਲੇ ਜ਼ਿੰਦਗੀ ਨਾਮੀ ਪਲਾਂ 'ਚ ਇਨਸਾਨ ਨੇ ਕਦੀ ਕੁਝ ਮਾਨਿਆ ਹੀ ਨਹੀਂ, ਕਦੀ ਕੁਝ ਜਾਣਿਆ ਹੀ ਨਹੀਂ। ਜ਼ਿੰਦਗੀ ਦੇ ਖੂਬਸੂਰਤ ਪਲਾਂ 'ਚ ਕਦੀ ਜੀ ਕੇ ਹੀ ਨਹੀਂ ਵੇਖਿਆ। ਜੇ ਵੇਖਿਆ ਏ, ਜੇ ਕੋਸ਼ਿਸ਼ ਕੀਤੀ ਏ ਤੇ ਇਹਨਾਂ ਪਲਾਂ 'ਚ ਸਿਰਫ ਆਪਣੇ ਆਪ ਨੂੰ ਬਚਾਉਣ ਦੀ। ਕਿਸ ਤੋਂ ਬਚਾਉਣ ਦੀ? ਮੌਤ ਤੋਂ ਬਚਾਉਣ ਦੀ। ਇੱਕ ਪਲ ਲਈ ਅੱਜ ਅਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵੱਲ ਪਰਤ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਸਿਰਫ ਮੌਤ ਤੋਂ ਬਚਣ ਦਾ ਤਰੀਕਾ ਲੱਭਦੇ ਰਹੇ ਹਾਂ ਕਿ ਅਸੀਂ ਕਿਤੇ ਮਰ ਨਾ ਜਾਈਏ। ਆਪਣੀ ਜ਼ਿੰਦਗੀ ਦੀ ਇੱਕ ਇੱਕ ਗੱਲ ਨੂੰ, ਇੱਕ ਇੱਕ ਚੀਜ਼ ਨੂੰ ਫਰੋਲ ਕੇ ਵੇਖ ਲਈਏ ਤਾਂ ਸਾਡੇ ਕੀਤੇ ਤਕਰੀਬਨ 95% ਕੰਮਾਂ ਪਿੱਛੇ ਇਹੀ ਬਚਾਅ ਪ੍ਰਣਾਲੀ ਕੰਮ ਕਰ ਰਹੀ ਹੁੰਦੀ ਹੈ ਕਿ ਕਿਤੇ ਸਾਨੂੰ ਕੁਝ ਹੋ ਨਾ ਜਾਵੇ, ਕਿਤੇ ਅਸੀਂ ਮਰ ਨਾ ਜਾਈਏ। ਹਰ ਭੱਜ ਦੌੜ, ਹਰ ਜੱਦੋ-ਜਹਿਦ ਇਨਸਾਨ ਦੀ ਆਪਣੇ ਆਪ ਨੂੰ ਮੌਤ ਤੋਂ ਬਚਾਉਣ ਦੀ ਹੁੰਦੀ ਹੈ ਕਿ ਮੈਂ ਬਚ ਜਾਵਾਂ, ਮੇਰੇ ਨਾਲ ਕੁਝ ਇਸ ਤਰ੍ਹਾਂ ਦਾ ਵਾਪਰ ਨਾ ਜਾਏ। ਪਰ ਅਫਸੋਸ ਕਿ ਬਚ ਤਾਂ ਅਸੀਂ ਸਾਰੇ ਫਿਰ ਵੀ ਨਹੀਂ ਪਾਉਂਦੇ। ਬਚ ਵੀ ਕਿਵੇਂ ਜਾਵਾਂਗੇ ਜਦ ਮੌਤ ਦਾ ਆਉਣਾ ਹੀ ਸਾਡੇ ਹੱਥ ਨਹੀਂ ਹੈ। ਜਦ ਪਹਿਲਾਂ ਹੀ ਸਾਡੇ ਕੋਲ ਕਰਾਰ ਹੋਏ ਨੇ ਤਾਂ ਫਿਰ ਇਹ ਤਾਂ ਆਪਣੇ ਕਰਾਰ ਤੇ ਆਪ ਬੂਆ ਖੜਕਾਏਗੀ ਹੀ ਖੜਕਾਏਗੀ। ਜਦ ਗੁਰੂ ਗੁਰਬਾਣੀ ਹੀ ਇਸ ਗੱਲ ਤੇ ਮੁਹਰ ਲਾ ਦਿੰਦੀ ਏ ਕਿ ਜੋ ਆਇਆ ਸੋ ਚੱਲਸੀ, ਸਭ ਕੋ ਆਈ ਵਾਰੀ ਹੈ। ਜਦ ਆਈ ਵਾਰੀ ਨਾਲ ਜਾਣਾ ਹੀ ਏ, ਫਿਰ ਕਿਵੇਂ ਸਾਡੀ ਬਚਾਅ ਪ੍ਰਣਾਲੀ ਸਾਨੂੰ ਇਸ ਤੋਂ ਬਚਾ ਲਵੇਗੀ? ਤੇ ਜਦ ਸਾਡੇ ਹੱਥ ਹੀ ਨਹੀਂ ਏ ਇਸ ਨੂੰ ਰੋਕ ਪਾਉਣਾ ਤਾਂ ਫਿਰ ਕੀ ਫਾਇਦਾ ਸਾਰੀ ਜ਼ਿੰਦਗੀ ਇਸ ਖੌਫ ਨੂੰ ਹੰਢਾਉਣ ਦਾ, ਇਸ ਸੰਸੇ ਥੱਲੇ ਜਿਉਣ ਦਾ? ਚੰਗਾ ਨਹੀਂ ਏ ਬੁੱਝ ਕੇ, ਜਾਣ ਕੇ ਮੂਲ ਪੁਰਖ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਲੜ ਲੱਗ ਕੇ, ਉਸ ਅਜਨਮੇ ਪੁਰਖ ਨਾਲ ਸਾਂਝ ਪਾ ਕੇ, ਨਿਰਭਉ ਨੂੰ ਧਿਆ ਕੇ ਇਸ ਡਰ ਨੂੰ ਹੀ ਮੁਕਾ ਲਈਏ। ਜਿਉਂਦੇ ਜੀ ਅਭਿਆਸ ਦੁਆਰਾ ਇਸ ਘਟਨਾ ਨੂੰ ਜਾਣ ਕੇ, ਬੁੱਝ ਕੇ ਵੇਖ ਲਈਏ, ਕਿਉਂਕਿ ਸਭ ਤੋਂ ਵੱਡਾ ਬਚਾਅ ਜਾਣਨਾ ਏ। ਜਦੋਂ ਅਸੀਂ ਕਿਸੇ ਚੀਜ਼ ਨੂੰ ਜਾਣ ਲੈਂਦੇ ਹਾਂ ਤਾਂ ਖੌਫ ਮੁੱਕ ਜਾਂਦਾ ਹੈ। ਜਿੰਨਾ ਮੌਤ ਨਾਮੀ ਡਰ ਤੋਂ ਭੱਜਣਾ ਛੱਡ ਕੇ ਪਿਤਾ ਪਰਮਾਤਮਾ ਦੇ ਲੜ ਲੱਗ ਕੇ ਇਹਨੂੰ ਜਾਣਿਆ, ਉਹਨਾਂ ਕਿਹਾ ਫਿਰ ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਪਰ ਅਸੀਂ ਸਾਰੀ ਉਮਰ ਇਸ ਡਰ ਤੋਂ ਭੱਜੇ ਕਿ ਕਿਤੇ ਕੋਈ ਸਾਡੇ ਕੋਲ ਨਾਮ ਵੀ ਨਾ ਲੈ ਦੇਵੇ ਇਸ ਗੱਲ ਦਾ, ਤੇ ਭੱਜਦਿਆਂ ਭੱਜਦਿਆਂ ਅੱਜ ਸਾਡੀ ਹਾਲਤ ਇਹ ਹੋ ਗਈ ਏ ਕਿ ਨਾ ਸਾਨੂੰ ਜਿਉਣਾ ਆਇਆ ਤੇ ਨਾ ਸਾਥੋਂ ਮਰਨਾ ਪਛਾਣਿਆ ਗਿਆ। ਜਿਸ ਕਰਕੇ ਅੱਜ ਅਸੀਂ ਅੰਧੇਰੇ ਖੌਫ 'ਚ, ਨਾ ਸਮਝੀ ਦੇ ਆਲਮ 'ਚ ਮਦਹੋਸ਼ ਸਹਿਕ ਰਹੇ ਹਾਂ ਤੇ ਸਾਨੂੰ ਜ਼ਿੰਦਗੀ ਨਾਮੀ ਬਾਗ 'ਚ ਮਹਿਕਣਾ ਟਹਿਕਣਾ ਭੁੱਲ ਗਿਆ ਹੈ। ਸੋ ਅਖੀਰ ਜਨਮ ਪਿੱਛੋਂ ਮੌਤ ਦਾ ਆਉਣਾ ਇੱਕ ਅਟੱਲ ਸੱਚਾਈ ਹੈ। ਪਰ ਇਸ ਅਟੱਲ ਸੱਚਾਈ ਦੇ ਨਾਲ ਨਾਲ ਇੱਕ ਸੱਚ ਇਹ ਵੀ ਹੈ ਕਿ ਜਨਮ ਅਸਲ ਵਿੱਚ ਮਰਨ ਭਾਵ ਕਿ ਮੌਤ ਸਵਾਰਨ ਲਈ ਹੁੰਦਾ ਹੈ।
ਕਿਉਂਕਿ ਜਦ ਜਿਉਂਦੇ ਜੀ ਮਰਨਾ ਸਵਾਰ ਲਿਆ ਜਾਂਦਾ ਹੈ ਤਾਂ ਜੀਵਨ ਆਪਣੇ ਆਪ ਸਵਰ ਜਾਂਦਾ ਹੈ। ਇਸ ਲਈ ਜੀਵਨ ਰੂਪ ਮਿਲੀ ਨਿਆਮਤ ਨੂੰ ਮੌਤ ਦਾ ਖੌਫ ਹੰਢਾਉਣ 'ਚ ਅਜਾਈ ਨਾ ਗਵਾਈਏ, ਬਲਕਿ ਦਮ ਨਾਲ ਹਜ਼ੂਰ ਧਿਆ, ਸਮਝੋ ਸੋਚੋ ਹਜ਼ੂਰ ਦੇ ਨੇੜੇ ਜਾ, ਹਰ ਆਉਂਦੇ ਜਾਂਦੇ ਸਾਹ ਨੂੰ ਮਾਣ, ਹੱਸ ਖੇਡ ਬੇਖੌਫ ਹੋ ਜ਼ਿੰਦਗੀ ਜੀ। ਆਪ ਦੇ ਬਾਪ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨਾਲ, ਅਜਨਮੇ ਪੁਰਖ ਹਜ਼ੂਰ ਸਤ ਸਾਹਿਬ ਨਾਲ ਸਾਂਝ ਪਾ, ਸਤਿਗੁਣੀ ਰਹਿਤ ਬਹਿਤ ਰੱਖ, ਮੁੱਢ ਮੂਲ ਦੀ ਸੋਝੀ ਹਾਸਲ ਕਰ, ਆਪ ਦੇ ਅਸਲ ਘਰ ਨਿੱਜ ਘਰ ਵਾਪਸੀ ਕਰੀਏ, ਤਾਂ ਜੋ ਮੁੜ ਕਦੀ ਮੌਤ ਦਾ ਖੌਫ ਹੰਢਾਉਣ ਲਈ ਸਾਨੂੰ ਜਨਮ ਨਾ ਲੈਣਾ ਪਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।